ਨੈਕਸਟ ਸਾਡੇ ਪਾਸ ਹੈ ਐਮਪਟੀ ਸੈੱਟ। ਸੋ ਸਾਡੇ ਪਾਸ ਅਲੱਗ-ਅਲੱਗ ਟਾਈਪਸ ਨੇ ਸੈੱਟਸ ਦੀਆਂ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪੜ੍ਹਦੇ ਹਾਂ ਐਮਪਟੀ ਸੈੱਟ। ਇਸ ਨੂੰ ਅਸੀਂ ਵਾਇਡ ਸੈੱਟ ਵੀ ਬੋਲਦੇ ਹਾਂ, ਨਲ ਸੈੱਟ ਵੀ ਬੋਲਦੇ ਹਾਂ। ਐਮਪਟੀ ਤੋਂ ਭਾਵ ਹੈ ਖਾਲੀ, ਜਿਸ ਦੇ ਵਿੱਚ ਕੁਝ ਵੀ ਨਾ ਹੋਵੇ, ਕੋਈ ਐਲੀਮੈਂਟ ਨਾ ਹੋਵੇ। ਸੋ ਇਸ ਨੂੰ ਲਿਖਦੇ ਕਿਵੇਂ, ਸਿੰਬਲ ਕਿਸ ਤਰ੍ਹਾਂ ਬਣਾਉਂਦੇ ਹਾਂ ਅਸੀਂ, ਐਮਪਟੀ। ਇਸ ਦੇ ਵਿੱਚ ਕੋਈ ਮੈਂਬਰ ਨਹੀਂ ਹੈ, ਖਾਲੀ ਹੈ ਇਹ। ਦੂਸਰਾ ਸਾਈਨ ਇਸ ਤਰ੍ਹਾਂ ਪਾ ਸਕਦੇ ਹਾਂ, ਇਹ ਐਮਪਟੀ ਸੈੱਟ ਦਾ ਸਾਈਨ ਹੈ। ਸੋ ਕੀ ਅਸੀਂ ਕੋਈ ਐਗਜ਼ਾਮਪਲ ਦੇ ਸਕਦੇ ਹਾਂ ਕਿ ਜਿਹੜਾ ਸੈੱਟ ਹੈ ਉਹ ਐਮਪਟੀ ਹੋਵੇ। ਫੋਰ ਐਗਜ਼ਾਮਪਲ ਸਾਡੇ ਪਾਸ ਸਪੋਜ਼ ਕੋਈ ਸੈੱਟ ਏ ਹੈ। A is set of all those x such that x is natural, x ਇੱਕ ਨੈਚੁਰਲ ਨੰਬਰ ਹੈ ਐਂਡ ਪ੍ਰੋਵਾਈਡਡ x ਜਿਹੜਾ ਹੈ ਲੈਸ ਦੈਨ 5 ਐਂਡ ਗ੍ਰੇਟਰ ਦੈਨ 7। ਸੋ ਕੀ ਕੋਈ ਇੱਦਾਂ ਦਾ ਨੈਚੁਰਲ ਨੰਬਰ ਐਗਜ਼ਿਸਟ ਕਰਦਾ ਹੈ ਕਿ 5 ਤੋਂ ਛੋਟਾ ਹੋਵੇ ਅਤੇ 7 ਤੋਂ ਵੱਡਾ ਹੋਵੇ। 5 ਤੋਂ ਛੋਟੇ ਸਾਡੇ ਪਾਸ 1 2 3 4 ਨੇ, 7 ਤੋਂ ਵੱਡੇ 8 9 10 ਨੇ। ਸੋ ਇਹ ਸੈੱਟ ਕੀ ਹੈ, ਸਾਡਾ ਐਮਪਟੀ ਹੈ, ਇਸ ਦੇ ਵਿੱਚ ਕੁਛ ਨਹੀਂ ਆਉਣਾ। ਜੇਕਰ ਮੈਂ ਇਸ ਦੀ ਰੋਸਟਰ ਫਾਰਮ ਲਿਖਾਂ, ਸੋ ਇਹ ਕੀ ਹੋਏਗਾ, ਇੱਕ ਐਮਪਟੀ ਸੈੱਟ ਹੋਏਗਾ, 5 ਹੋਏਗਾ। ਇਸ ਦੇ ਵਿੱਚ ਕੋਈ ਵੈਲਿਊ ਨਹੀਂ ਹੈ, ਕੋਈ ਐਲੀਮੈਂਟ ਨਹੀਂ ਹੈ। ਸੋ ਇਹ ਇਸ ਦੇ ਸਾਈਨ ਨੇ। ਐਕਸਰਸਾਈਜ਼ ਦੇ ਵਿੱਚ ਸਾਨੂੰ ਕੋਈ ਨਾ ਕੋਈ ਡਿਟੈਕਸ਼ਨ ਕਰਨੀ ਆਏਗੀ ਕਿ ਕਿਹੜਾ ਸੈੱਟ ਸਾਡੇ ਪਾਸ ਐਮਪਟੀ ਹੈ। ਦੂਸਰਾ ਸਾਡੇ ਪਾਸ ਹੈ ਫਿਨਾਈਟ ਸੈੱਟ। ਫਿਨਾਈਟ ਸੈੱਟ ਤੋਂ ਭਾਵ ਕੀ ਹੈ, ਜਿਸ ਦੇ ਐਲੀਮੈਂਟਸ ਜਿਹੜੇ ਨੇ ਉਹ ਕਾਊਂਟੇਬਲ ਹੋਣ, ਕੁਛ ਕੁ ਗਿਣਤੀ ਹੋਵੇ ਇਹਨਾਂ ਦੀ। ਜਿਹੜੇ ਐਲੀਮੈਂਟਸ ਨੇ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਫਿਨਾਈਟ ਹੈ। ਸੋ ਐਲੀਮੈਂਟਸ ਦੀ ਗਿਣਤੀ ਨੂੰ ਅਸੀਂ ਕਿਸ ਤਰ੍ਹਾਂ ਲਿਖਦੇ ਹਾਂ, ਨੰਬਰ ਆਫ ਐਲੀਮੈਂਟਸ ਆਫ ਸੈੱਟ ਏ। ਸੋ ਇਸ ਦੇ ਵਿੱਚ ਕਿੰਨੇ ਸੀ ਸਾਡੇ ਕੋਲ, 0 ਸੀ। ਜੇਕਰ ਮੈਂ ਵੋਵਲਸ ਦਾ ਸੈੱਟ ਲੈ ਲਵਾਂ, ਵੋਵਲਸ, ਇਸ ਦਾ ਸੈੱਟ ਸਪੋਜ਼ 20 ਲੈ ਲਾਂ। ਸੋ ਨੰਬਰ ਆਫ ਐਲੀਮੈਂਟਸ ਇਨ ਵੋਵਲਸ ਕਿੰਨੇ ਆ ਜਾਣਗੇ, 5। AEIO ਜੋ ਤਾਂ 5 ਐਲੀਮੈਂਟਸ ਨੇ ਇਸ ਦੇ ਵਿੱਚ, ਵੋਵਲਸ ਦਾ ਜਿਹੜਾ ਸਾਡੇ ਪਾਸ ਸੈੱਟ ਹੈ। ਸੋ ਫਿਨਾਈਟ ਸੈੱਟ ਕਿਹੜੇ ਨੇ, ਜਿਸ ਦੇ ਵਿੱਚ ਜਿਹੜੇ ਐਲੀਮੈਂਟਸ ਨੇ ਉਹ ਕੀ ਨੇ, ਉਹਨਾਂ ਦੀ ਗਿਣਤੀ ਜਿਹੜੀ ਆ ਉਹ ਕਾਊਂਟੇਬਲ ਹੈ, ਫਿਨਾਈਟ ਹੈ। ਇਸ ਦੀ ਆਪਾਂ ਕੋਈ ਐਗਜ਼ਾਮਪਲ ਲੈ ਸਕਦੇ ਹਾਂ। ਸਪੋਜ਼ A is a set of all those x such that x is a divisor of 60। ਇਹ ਅਸੀਂ ਪਿੱਛੇ ਵੀ ਕੁਐਸ਼ਨ ਕੀਤਾ ਹੈ। ਸੋ x ਦੇ 60 ਦੇ ਡਿਵਾਈਜ਼ਰ, 60 ਦੇ ਡਿਵਾਈਜ਼ਰ ਕਿਹੜੇ ਕਿਹੜੇ ਨੇ, 1 ਹੈ, 2 ਹੈ, 3 ਹੈ, 4 ਹੈ, 5 ਹੈ, 6 ਹੈ, 10 ਹੈ, 12 ਹੈ, 15 ਹੈ, 20 ਹੈ, 30 ਹੈ ਅਤੇ 60 ਹੈ। ਸੋ ਇਹੀ ਡਿਵਾਈਜ਼ਰਸ ਨੇ। ਸੋ ਇਹ ਕੀ ਇੱਕ ਫਿਨਾਈਟ ਸੈੱਟ ਹੈ, ਇਸ ਦੇ ਜਿਹੜੇ ਐਲੀਮੈਂਟਸ ਨੇ ਉਹ ਕਾਊਂਟੇਬਲ ਨੇ, ਗਿਣੇ ਜਾ ਸਕਦੇ ਨੇ। ਸੋ 1 2 3 4 5 6 7 8 9 10 11 12। ਸੋ ਨੰਬਰ ਆਫ ਐਲੀਮੈਂਟਸ ਕਿੰਨੇ ਨੇ ਇਸ ਦੇ ਵਿੱਚ, ਇਹਦੇ ਵਿੱਚ 12 ਨੇ, 4 12। ਸੋ ਨੰਬਰ ਆਫ ਐਲੀਮੈਂਟਸ ਇਨ ਸੈੱਟ A ਇਜ਼ ਇਕੁਅਲ ਟੂ 12। ਇਹ ਸੈੱਟ ਕੀ ਹੈ, ਫਿਨਾਈਟ ਹੈ, ਕਿਉਂਕਿ ਇਸ ਦੇ ਐਲੀਮੈਂਟਸ ਕੀ ਨੇ, ਕਾਊਂਟੇਬਲ ਨੇ, ਅਸੀਂ ਗਿਣ ਸਕਦੇ ਇਹਨਾਂ ਨੂੰ। ਇਸੇ ਤਰ੍ਹਾਂ ਦੂਸਰਾ ਸਾਡੇ ਪਾਸ ਟਾਈਪ ਆਉਂਦੀ ਹੈ ਇਨਫਿਨਾਈਟ ਸੈੱਟ। ਉਹ ਸੈੱਟਸ ਜਿਨ੍ਹਾਂ ਦੇ ਜਿਹੜੇ ਐਲੀਮੈਂਟਸ ਨੇ, ਜਿਹਨਾਂ ਨੂੰ ਅਸੀਂ ਕਾਊਂਟ ਨਹੀਂ ਕਰ ਸਕਦੇ, ਇਨਫਿਨਾਈਟ ਨੇ। ਸੋ ਉਸ ਦੀ ਵੀ ਐਗਜ਼ਾਮਪਲ ਲੈ ਲੈਂਦੇ ਇੱਕ ਆਪਾਂ। ਜੇਕਰ ਅਸੀਂ ਡੈਫੀਨੇਸ਼ਨ ਲਿਖਣੀ ਹੋਵੇ ਤਾਂ ਅਸੀਂ ਕੀ ਲਿਖਾਂਗੇ, ਇਹ ਸੈੱਟ ਵਿਚ ਕੰਟੇਨਸ ਫਿਕਸਡ ਨੰਬਰ ਆਫ ਐਲੀਮੈਂਟਸ, ਕੁਝ ਫਿਕਸ ਨੇ, ਕੁਝ ਕਾਊਂਟੇਬਲ ਨੰਬਰ ਆਫ ਐਲੀਮੈਂਟਸ, ਇਹ ਲਿਖ ਸਕਦੇ ਹਾਂ ਆਪਾਂ ਇਹਦੇ ਵਿੱਚ। ਸੈੱਟ ਵਿਚ ਕੰਟੇਨਸ ਕਾਊਂਟੇਬਲ ਜਾਂ ਡੈਫੀਨਾਈਟ, ਕੋਈ ਡੈਫੀਨਾਈਟ ਫਿਕਸ ਵੈਲਿਊ ਹੈ ਜਿਹੜੀ। ਸੋ ਇਹ ਸੈੱਟ ਵਿਚ ਕੰਟੇਨਸ, ਡੈਫੀਨਾਈਟ ਵਰਡ ਯੂਜ਼ ਕਰ ਸਕਦੇ ਹਾਂ ਅਸੀਂ, ਡੈਫੀਨਾਈਟ ਨੰਬਰ ਆਫ ਐਲੀਮੈਂਟਸ ਜਾਂ ਕਾਊਂਟੇਬਲ ਨੰਬਰ ਆਫ ਐਲੀਮੈਂਟਸ। ਸੋ ਇਹ ਸਾਡੇ ਪਾਸ ਕੀ ਹੈ, ਦੈਟ ਇਜ਼ ਕਾਲਡ ਫਿਨਾਈਟ ਸੈੱਟ। ਸੋ ਇਨਫਿਨਾਈਟ ਦੇ ਵਿੱਚ ਸਾਡੇ ਪਾਸ ਕੀ ਆਏਗਾ, ਜਿਸ ਦੇ ਵਿੱਚ ਜਿਹੜੇ ਐਲੀਮੈਂਟਸ ਨੇ ਉਹ ਨਾਨ ਕਾਊਂਟੇਬਲ ਨੇ, ਨਾਨ ਡੈਫੀਨਾਈਟ ਨੇ। ਸੋ ਸਾਡਾ ਕੀ ਬਣ ਜਾਏਗਾ, ਇਨਫਿਨਾਈਟ ਸੈੱਟ ਬਣ ਜਾਏਗਾ। ਇਨਫਿਨਾਈਟ ਸੈੱਟ, ਇਸ ਨੂੰ ਅਸੀਂ ਨਾਨ ਫਿਨਾਈਟ ਵੀ ਬੋਲਦੇ ਹਾਂ। ਸੋ ਅ ਸੈੱਟ ਵਿਚ ਡਜ਼ ਨਾਟ ਕੰਟੇਨ ਅ ਡੈਫੀਨੇਟ ਨੰਬਰ ਆਫ ਐਲੀਮੈਂਟਸ, ਜਿਹਦੀ ਜਿਹੜੀ ਐਲੀਮੈਂਟਸ ਦੀ ਗਿਣਤੀ ਹੈ ਉਹ ਸਾਡੇ ਪਾਸ ਕੀ ਹੈ, ਉਹ ਕਾਊਂਟੇਬਲ ਨਹੀਂ ਹੈ। ਅ ਸੈੱਟ ਵਿਚ does not contain definite ਜਾਂ countable number of elements।
ਇਜ਼ ਕਾਲਡ ਇਨਫਿਨਾਈਟ ਸੈੱਟ ਜਾਂ ਨੋਨ ਫਿਨਾਈਟ ਸੈੱਟ। ਸੋ ਇਸ ਦੀ ਐਗਜ਼ਾਮਪਲ ਅਸੀਂ ਕੀ ਲੈ ਸਕਦੇ ਹਾਂ, ਸੈੱਟ ਆਫ ਰੀਅਲ ਨੰਬਰਸ ਆਰ, ਸੈੱਟ ਆਫ ਨੈਚੁਰਲ ਨੰਬਰਸ ਇਹ ਵੀ ਇਨਫਿਨਾਈਟ ਨੇ, ਸੈੱਟ ਆਫ ਇੰਟੀਜਰਸ, ਸੈੱਟ ਆਫ ਰੈਸ਼ਨਲਸ। ਤਾਂ ਜਿੰਨੇ ਵੀ ਅਸੀਂ ਇਹ ਵਾਲੇ ਸੈੱਟ ਪੜ੍ਹੇ ਨੇ ਨੰਬਰਸ ਦੇ ਵਿੱਚ, ਤਾਂ ਇਹ ਸਾਡੇ ਸਾਰੇ ਕੀ ਨੇ, ਇਨਫਿਨਾਈਟ ਸੈੱਟ ਨੇ, ਕਿਉਂਕਿ ਨਾ ਤਾਂ ਰੀਅਲ ਨੰਬਰ ਕਾਊਂਟੇਬਲ ਨੇ, ਨਾ ਨੈਚੁਰਲ ਨੰਬਰ ਕਾਊਂਟੇਬਲ ਨੇ, ਨਾ ਸਾਡੇ ਪਾਸ ਇੰਟੀਜਰਸ ਕਾਊਂਟੇਬਲ ਨੇ, ਨਾ ਸਾਡੇ ਪਾਸ ਰੈਸ਼ਨਲਸ ਕਾਊਂਟੇਬਲ ਨੇ। ਸੋ ਦੀਜ਼ ਆਰ ਆਲ ਇਨਫਿਨਾਈਟ ਸੈੱਟਸ। ਸੋ ਜੋ ਸਾਡਾ ਫਿਨਾਈਟ ਸੈੱਟ ਹੈ, ਫਿਨਾਈਟ ਹੈ, ਉਸਨੂੰ ਅਸੀਂ ਰੋਸਟਰ ਫਾਰਮ ਜਾਂ ਟੈਬੂਲਰ ਫਾਰਮ ਦੇ ਵਿੱਚ ਲਿਖ ਸਕਦੇ ਹਾਂ। ਇਹਨਾਂ ਨੂੰ ਨਹੀਂ ਲਿਖ ਸਕਦੇ ਅਸੀਂ, ਸੰਭਵ ਨਹੀਂ ਹੈ, ਕਿਉਂਕਿ ਇਹਨਾਂ ਦੇ ਵਿੱਚ ਡਾਟਸ ਪਾਉਣੇ ਪੈਣਗੇ। ਲਾਈਕ ਨੈਚੁਰਲ ਨੰਬਰ ਦੇ ਵਿੱਚ ਅਸੀਂ ਡਾਟਸ ਪਾ ਦਿੰਦੇ ਹਾਂ, ਬਟ ਜੇਕਰ ਅਸੀਂ ਇਹਦਾ ਹਰ ਐਲੀਮੈਂਟ ਮੈਂਸ਼ਨ ਕਰਨਾ ਹੋਵੇ ਅਸੀਂ ਮੈਂਸ਼ਨ ਨਹੀਂ ਕਰ ਸਕਦੇ। ਸੋ ਫਿਨਾਈਟ ਸੈੱਟ ਜਿਹੜਾ ਉਸਨੂੰ ਟੇਬੂਲਰ ਫਾਰਮ 'ਚ ਲਿਖਿਆ ਜਾ ਸਕਦਾ। ਜਿਹੜਾ ਇਨਫਿਨਾਈਟ ਸੈੱਟ ਹੈ ਜਾਂ ਨੋਨ ਫਿਨਾਈਟ ਸੈੱਟ ਹੈ, ਇਸਨੂੰ ਟੇਬੂਲਰ ਫਾਰਮ ਦੇ ਵਿੱਚ ਨਹੀਂ ਲਿਖ ਸਕਦੇ ਅਸੀਂ, ਰੋਸਟਰ ਫਾਰਮ 'ਚ ਨਹੀਂ ਲਿਖ ਸਕਦੇ। ਇਹਨਾਂ ਨੂੰ ਅਸੀਂ ਸੈੱਟ ਬਿਲਡਰ ਫਾਰਮ ਦੇ ਵਿੱਚ ਹੀ ਲਿਖਦੇ ਹਾਂ। ਸੋ ਨੈਕਸਟ ਸਾਡੇ ਪਾਸ ਆ ਜਾਂਦੇ ਨੇ ਇਕੁਅਲ ਸੈੱਟ। ਸੋ ਕਿਹੜੇ ਸੈੱਟ ਸਾਡੇ ਪਾਸ ਇਕੁਅਲ ਨੇ? ਸੋ ਦੋ ਸੈੱਟਸ ਨੂੰ ਅਸੀਂ ਇਕੁਅਲ ਕਦੋਂ ਕਹਿਣਾ? ਵੈਨ A ਇਜ਼ ਇਕੁਅਲ ਟੂ B। ਇਹ ਕਦੋਂ ਹੋ ਸਕਦਾ ਹੈ? ਸੋ ਦੋ ਸਾਡੇ ਪਾਸ ਜੇਕਰ ਅਸੀਂ ਗੱਲ ਕਰੀਏ, ਦੋ ਕੰਡੀਸ਼ਨਾਂ ਸਾਨੂੰ ਹੋਣੀਆਂ ਚਾਹੀਦੀਆਂ ਕਲੀਅਰ, ਕਿ ਫॉर ਆਲ ਐਲੀਮੈਂਟਸ ਬਿਲੋਂਗਿੰਗ ਟੂ A, ਜਿੰਨੇ ਵੀ A ਦੇ ਐਲੀਮੈਂਟਸ ਨੇ, A ਬਿਲੋਂਗਸ ਟੂ B, A ਦੇ ਸਾਰੇ ਐਲੀਮੈਂਟ ਜੇਕਰ B ਦੇ ਵਿੱਚ ਵੀ ਹੋਣ, ਜਿੰਨੇ ਐਲੀਮੈਂਟ A ਦੇ ਵਿੱਚ ਨੇ ਉਨੇ ਹੀ ਐਲੀਮੈਂਟ B ਦੇ ਨੇ, ਸੇਮ ਐਵਰੀ ਐਲੀਮੈਂਟ। ਐਂਡ for all B belonging to set B, B belongs to set A। ਕਹਿਣ ਤੋਂ ਭਾਵ ਕੀ ਹੈ, ਜਿੰਨੇ A ਦੇ ਐਲੀਮੈਂਟ ਨੇ ਉਹ B ਦੇ ਵੀ ਹੋਣ, ਜਿੰਨੇ B ਦੇ ਐਲੀਮੈਂਟ ਨੇ ਉਹ A ਦੇ ਵੀ ਹੋਣ, ਤਦ ਅਸੀਂ ਬੋਲ ਸਕਦੇ ਹਾਂ A ਸੈੱਟ A ਇਜ਼ ਇਕੁਅਲ ਟੂ ਸੈੱਟ B। ਜਾਂ ਅਸੀਂ ਸਾਦੀ ਸ਼ਬਦਾਂ ਦੇ ਵਿੱਚ ਬੋਲੀਏ ਕਿ A ਤੇ B ਦੇ ਵਿੱਚ ਜਿਹੜੇ ਐਲੀਮੈਂਟਸ ਹੋਣੇ ਚਾਹੀਦੇ ਨੇ ਉਹ ਕਾਮਨ ਹੋਣੇ ਚਾਹੀਦੇ ਨੇ, ਸੇਮ ਹੋਣੇ ਚਾਹੀਦੇ ਨੇ। ਦੋਵਾਂ ਦੇ ਵਿੱਚ ਨੰਬਰ ਆਫ ਐਲੀਮੈਂਟਸ ਵੀ ਬਰਾਬਰ ਹੋਣੇ ਚਾਹੀਦੇ ਨੇ, ਅਤੇ ਜੋ ਐਲੀਮੈਂਟਸ A ਦੇ ਨੇ ਸੇਮ ਐਲੀਮੈਂਟਸ B ਦੇ ਹੋਣੇ ਚਾਹੀਦੇ ਨੇ। ਇੱਥੇ ਅਸੀਂ ਇਸ ਨੂੰ ਹੀ ਲਿਖਿਆ ਹੈ ਫॉर ਆਲ A ਬਿਲੋਂਗਿੰਗ ਟੂ A, ਜਿੰਨੇ ਵੀ A ਦੇ ਐਲੀਮੈਂਟਸ ਨੇ, ਆਲ A ਬਿਲੋਂਗਸ ਟੂ B, A ਦੇ ਸਾਰੇ ਐਲੀਮੈਂਟ ਕਿਹਦੇ ਵਿੱਚ ਹੋਣ? B ਦੇ ਵਿੱਚ ਹੋਣ। ਅਤੇ ਐਂਡ ਜਿੰਨੇ B ਦੇ ਐਲੀਮੈਂਟਸ ਨੇ ਉਹ ਕਿਹਦੇ ਵਿੱਚ ਹੋਣ? A ਦੇ ਵਿੱਚ ਹੋਣ। ਫਿਰ ਅਸੀਂ ਬੋਲਦੇ ਹਾਂ ਦੈਟ ਇੰਪਲਾਈਜ਼ A ਇਜ਼ ਇਕੁਅਲ ਟੂ B, ਸੈੱਟ A ਤੇ B ਕੀ ਨੇ? ਬਰਾਬਰ ਨੇ। ਜੇਕਰ ਅਸੀਂ ਡੈਫੀਨੇਸ਼ਨ ਲਿਖਣੀ ਹੋਵੇ ਤਾਂ ਅਸੀਂ ਲਿਖ ਸਕਦੇ ਹਾਂ A and B are equal if they have exactly same elements। ਉਹਨਾਂ ਦੇ ਵਿੱਚ ਸੇਮ ਐਲੀਮੈਂਟਸ ਹੋਣੇ ਚਾਹੀਦੇ ਨੇ, ਬੋਥ, ਦੋਨਾਂ ਦੇ ਵਿੱਚ। ਇਫ ਦੇ ਹੈਵ ਐਗਜ਼ੈਕਟਲੀ ਸੇਮ ਐਲੀਮੈਂਟਸ। ਸੋ ਜੇਕਰ ਦੋਵਾਂ ਦੇ ਵਿੱਚੋਂ ਕਿਸੇ ਇੱਕ ਦੇ ਵਿੱਚ ਵੀ ਕੋਈ ਇੱਦਾਂ ਦਾ ਐਲੀਮੈਂਟ ਹੈ ਜਿਹੜਾ ਦੂਜੇ ਦੇ ਵਿੱਚ ਨਹੀਂ ਹੈ, ਫਿਰ ਅਸੀਂ ਬੋਲਦੇ ਹਾਂ A ਇਜ਼ ਨਾਟ ਇਕੁਅਲ ਟੂ B। ਸੋ ਕਿਸੇ ਵੀ ਇੱਕ ਐਲੀਮੈਂਟ ਵਾਸਤੇ, ਸਪੋਜ਼ ਇਸ ਦੀ ਅਸੀਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ। ਸਪੋਜ਼ A ਸੈੱਟ ਕੀ ਹੈ ਸਾਡੇ ਪਾਸ 1 2 3, ਤਾਂ ਜੇ B ਸਾਡੇ ਪਾਸ ਕੀ ਹੈ 1 2 3, ਆਰਡਰ ਜਿਹੜਾ ਮਰਜ਼ੀ ਹੋਵੇ, ਤਾਂ ਇੱਥੇ ਅਸੀਂ ਬੋਲ ਸਕਦੇ ਹਾਂ A ਇਜ਼ ਇਕੁਅਲ ਟੂ B, ਕਿਉਂਕਿ ਦੋਵਾਂ ਦੇ ਐਲੀਮੈਂਟਸ ਕੀ ਨੇ? ਸੇਮ ਨੇ, ਆਰਡਰ ਵੀ ਸੇਮ ਹੈ। ਸੈਕੰਡਲੀ ਅਨਇਕੁਅਲੀ, ਸਪੋਜ਼ ਮੇਰੇ ਪਾਸ A ਕੀ ਹੈ 1 2 3 4, B ਮੇਰੇ ਪਾਸ ਹੈ 1 2 3। ਸੋ ਜੇ ਮੈਂ ਧਿਆਨ ਨਾਲ ਦੇਖਾਂ, B ਦੇ ਸਾਰੇ ਐਲੀਮੈਂਟ A ਦੇ ਵਿੱਚ ਨੇ, ਫॉर ਆਲ B ਬਿਲੋਂਗਿੰਗ ਟੂ B। B ਦਾ 1 ਇਸ 'ਚ ਹੈ, B ਦਾ 2 ਇਸ 'ਚ ਹੈ, B ਦਾ 3 ਵੀ ਇਸ 'ਚ ਹੈ। ਬਟ ਜਦੋਂ ਮੈਂ A ਤੋਂ ਸ਼ੁਰੂ ਕਰਨਾ, A ਦਾ 1 ਇੱਧਰ ਹੈ, A ਦਾ 2 ਹੈ, A ਦਾ 3 ਹੈ, ਬਟ A ਦਾ ਜਿਹੜਾ 4 ਐਲੀਮੈਂਟ ਹੈ, ਜਿਹੜਾ 4 ਹੈ ਉਹ B ਨੂੰ ਬਿਲੋਂਗ ਨਹੀਂ ਕਰ ਰਿਹਾ। 4 ਡਜ਼ ਨਾਟ ਬਿਲੋਂਗਸ ਟੂ ਸੈੱਟ B। ਸੋ A ਐਂਡ B ਆਰ ਨਾਟ ਇਕੁਅਲ। A ਅਤੇ B ਜਿਹੜੇ ਨੇ ਇਕੁਅਲ ਨਹੀਂ ਹੋ ਸਕਦੇ, ਕਿਉਂਕਿ ਅਸੀਂ ਇੱਕ ਐਲੀਮੈਂਟ ਫਾਈਂਡ ਕਰ ਲਿਆ A ਦੇ ਵਿੱਚ ਜਿਹੜਾ B ਨੂੰ ਬਿਲੋਂਗ ਨਹੀਂ ਕਰਦਾ ਹੈ। ਸੋ ਇਸ ਤੋਂ ਬਾਅਦ ਅਸੀਂ ਨੈਕਸਟ ਐਕਸਰਸਾਈਜ਼ 1.2 ਜਿਹੜੀ ਹੈ ਉਹ ਸਟਾਰਟ ਕਰ ਲੈਂਦੇ ਹਾਂ। ਫਸਟ ਕੁਐਸਚਨ ਦੇ ਵਿੱਚ ਸਾਨੂੰ ਪੁੱਛਿਆ ਗਿਆ ਹੈ ਵਿਚ ਆਫ ਦਾ ਫੋਲੋਇੰਗ ਆਰ ਐਗਜ਼ਾਮਪਲਸ ਆਫ ਨਲ ਸੈੱਟ। ਨਲ ਸੈੱਟ ਮੀਨਸ ਐਮਪਟੀ ਸੈੱਟ, void set। ਸੋ ਸੈੱਟ ਆਫ ਔਡ ਨੈਚੁਰਲ ਨੰਬਰਸ ਡਿਵਿਜ਼ੀਬਲ ਬਾਈ 2। ਅਸੀਂ ਔਡ ਨੈਚੁਰਲ ਨੰਬਰ ਲੈਣੇ ਨੇ, ਔਡ ਤੋਂ ਭਾਵ ਹੈ 1 3 5 7 9 ਐਂਡ ਡਿਵਿਜ਼ੀਬਲ ਬਾਈ 2, ਤਾਂ 1 3 5। ਵੈਸੇ ਡਿਵਿਜ਼ੀਬਲ ਤਾਂ ਸਾਰੇ ਹੀ ਨੇ,
ਤਾਂ ਇੱਥੇ ਸ਼ਬਦ ਵਰਤਣਾ ਚਾਹੀਦਾ ਸੀ ਕੰਪਲੀਟਲੀ ਡਿਵੀਜ਼ੀਬਲ। ਸੋ ਵੈਸੇ 2 ਨਾਲ ਡਿਵੀਜ਼ੀਬਲ ਨਹੀਂ ਹੈਗਾ 1 3 5 7 9 11। ਸੋ ਸੈੱਟ ਕੀ ਹੋਏਗਾ, ਐਮਪਟੀ ਸੈੱਟ ਹੋਏਗਾ। ਇਹ ਐਗਜ਼ਾਮਪਲ ਹੈ। ਸੋ ਇਹ ਨਲ ਸੈੱਟ ਹੈ ਸਾਡਾ, n ਹੈ ਨਲ ਸੈੱਟ। ਸੈਕੰਡ ਸਾਡੇ ਪਾਸ ਸੈੱਟ ਆਫ ਈਵਨ ਪ੍ਰਾਈਮ ਨੰਬਰਸ। ਈਵਨ ਪ੍ਰਾਈਮ ਨੰਬਰਸ ਕੀ ਨੇ ਸਾਡੇ ਪਾਸ, ਕਿੱਥੋਂ ਸਟਾਰਟ ਹੁੰਦੇ ਨੇ? ਈਵਨ ਪ੍ਰਾਈਮ ਸ਼ੁਰੂ ਹੁੰਦੇ ਨੇ 2 3 5, ਜਿਹੜੇ ਆਪਣੇ ਆਪ 'ਤੇ ਡਿਵਾਈਡ ਹੁੰਦੇ ਨੇ, ਹੋਰ ਕਿਸੇ ਨਾਲ ਨਹੀਂ ਹੁੰਦੇ। ਸੋ 2 ਈਵਨ ਪ੍ਰਾਈਮ ਚਾਹੀਦਾ ਸਾਨੂੰ। 2 ਕੀ ਹੈ, ਈਵਨ ਵੀ ਹੈ ਅਤੇ ਪ੍ਰਾਈਮ ਵੀ ਹੈ। ਸੋ ਇਹ ਤਾਂ ਐਮਪਟੀ ਨਹੀਂ ਹੋਇਆ। ਸੋ ਇਹ ਐਗਜ਼ਾਮਪਲ ਐਮਪਟੀ ਦੀ ਨਹੀਂ ਹੈ। ਪਾਰਟ 3 ਐਕਸ ਸੈਟ ਆਫ ਆਲ ਦੋਜ਼ ਐਕਸ ਸੱਚ ਦੈਟ ਐਕਸ ਇਜ਼ ਅ ਨੈਚੁਰਲ ਨੰਬਰ ਲੈਸ ਦੈਨ 5। 5 ਤੋਂ ਛੋਟੇ ਨੈਚੁਰਲ ਨੰਬਰ 1 2 3 4। 7 ਤੋਂ ਵੱਡੇ 8 9 10। ਤਾਂ ਦੋਵੇਂ ਕੰਡੀਸ਼ਨਸ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਇੱਕ ਕਹਿ ਰਿਹਾ 5 ਤੋਂ ਛੋਟੇ ਅਤੇ ਦੂਸਰਾ ਕਹਿ ਰਿਹਾ 7 ਤੋਂ ਵੱਡੇ। ਤਾਂ ਇਹ ਸਾਡਾ ਕੀ ਹੋ ਗਿਆ, ਨਲ ਸੈੱਟ ਹੋ ਗਿਆ। ਇਸ ਦੇ ਵਿੱਚ ਕੁਛ ਨਹੀਂ ਆਇਆ। 5 ਤੋਂ ਛੋਟਾ ਲੈਣਾ, 7 ਤੋਂ ਵੱਡਾ ਲੈਣਾ। ਸੋ ਇਹ ਤਾਂ ਪੋਸੀਬਲ ਹੀ ਨਹੀਂ ਹੈ ਕਿ ਕੋਈ ਨੈਚੁਰਲ ਨੰਬਰ ਐਗਜ਼ਿਸਟ ਕਰਦੇ ਇੱਦਾਂ ਜਿਹੜਾ 5 ਤੋਂ ਛੋਟਾ ਹੈ ਅਤੇ 7 ਤੋਂ ਵੱਡਾ ਹੈ। ਸੋ ਫੋਰਥ ਪਾਰਟ ਵਾਈ ਇਜ਼ ਅ ਪੁਆਇੰਟ ਕਾਮਨ ਟੂ ਐਨੀ 2 ਪੈਰਲਲ ਲਾਈਨਸ। 2 ਪੈਰਲਲ ਲਾਈਨਸ ਦੇ ਵਿੱਚ ਅਸੀਂ ਕੋਈ ਪੁਆਇੰਟ ਕਾਮਨ ਲੈਣਾ ਹੈ। ਸੋ ਪੈਰਲਲ ਲਾਈਨਸ ਇਹ ਹੁੰਦੀਆਂ ਸਾਡੇ ਪਾਸ, ਇਹਨਾਂ ਦੇ ਵਿੱਚ ਕਿਹੜਾ ਪੁਆਇੰਟ ਕਾਮਨ ਹੈ, ਕੋਈ ਵੀ ਨਹੀਂ ਹੈ। ਸੋ ਇਹ ਸਾਡਾ ਕੀ ਹੋ ਗਿਆ, ਨਲ ਸੈੱਟ ਹੋ ਗਿਆ n। ਇਹ ਵੀ ਐਮਪਟੀ ਸੈੱਟ ਹੈ ਸਾਡਾ। ਕੁਐਸਚਨ ਨੰਬਰ 2 ਵਿਚ ਆਫ ਦਾ ਫੋਲੋਇੰਗ ਸੈਟਸ ਆਰ ਫਿਨਾਈਟ ਔਰ ਇਨਫਿਨਾਈਟ। ਸੈੱਟ ਆਫ ਮੰਥ ਆਫ ਅ ਈਅਰ, 12 ਮਹੀਨੇ ਹੁੰਦੇ ਨੇ, ਫਿਨਾਈਟ ਹੈ। 1 2 3 ਡਾਟਸ ਲੱਗੇ ਨੇ, ਇਨਫਿਨਾਈਟ ਹੈ। 1 ਤੋਂ ਲੈ ਕੇ 100 ਤੱਕ ਫਿਨਾਈਟ ਹੈ, ਗਿਣ ਸਕਦੇ ਹਾਂ ਅਸੀਂ 100 ਤੱਕ। ਸੈੱਟ ਆਫ ਪੋਜ਼ੀਟਿਵ ਇੰਟੀਜਰਸ ਗ੍ਰੇਟਰ ਦੈਨ 100, 100 ਤੋਂ ਵੱਡੇ ਲੈਣੇ ਨੇ, 101 102 103 104 ਗਿਣਦੇ ਜਾਣਾ ਹੈ। ਸੋ ਇਨਫਿਨਾਈਟ ਹੈ, ਨਹੀਂ ਗਿਣ ਸਕਦੇ ਅਸੀਂ। ਸੈੱਟ ਆਫ ਪ੍ਰਾਈਮ ਨੰਬਰਸ ਲੈਸ ਦੈਨ 99, ਪ੍ਰਾਈਮ ਨੰਬਰਸ ਲੈਣੇ ਨੇ 99 ਤੋਂ ਛੋਟੇ ਲੈਣੇ ਨੇ ਅਸੀਂ। ਸੋ ਪ੍ਰਾਈਮ ਨੰਬਰਸ ਕਿੱਥੋਂ ਸਟਾਰਟ ਹੁੰਦੇ ਨੇ, 2 ਤੋਂ 2 3 5 7 11। ਸੋ ਸਾਡੇ ਪਾਸ ਜਦੋਂ ਪ੍ਰਾਈਮ ਨੰਬਰਸ ਅਸੀਂ ਲਿਖਦੇ ਹਾਂ ਤਾਂ 99 ਤੋਂ ਛੋਟੇ ਤਾਂ ਇਹ ਕਾਊਂਟੇਬਲ ਨੇ। ਸੋ ਅਸੀਂ ਕਾਊਂਟ ਕਰ ਸਕਦੇ ਹਾਂ ਕਿ ਸਾਡੇ ਪਾਸ ਫਿਨਾਈਟ ਸੈੱਟ ਹੈ, ਐਫ। ਕੁਐਸਚਨ ਨੰਬਰ 3 ਸਾਡੇ ਪਾਸ ਸਟੇਟ ਵੈਦਰ ਈਚ ਆਫ ਦਾ ਫੋਲੋਇੰਗ ਸੈੱਟ ਇਜ਼ ਫਿਨਾਈਟ ਔਰ ਇਨਫਿਨਾਈਟ। ਇਹ ਵੀ ਫਿਨਾਈਟ ਅਤੇ ਇਨਫਿਨਾਈਟ ਪੁੱਛੇ ਨੇ ਸਾਨੂੰ। ਸੋ ਇਹ ਸਾਡੇ ਪਾਸ ਕੁਛ ਕੁ ਸਾਡੇ ਪਾਸ ਟੇਬਲਰ ਫਾਰਮ ਦੇ ਵਿੱਚ ਸੀ, ਇੱਥੇ ਸਾਡੇ ਪਾਸ ਸਾਰੀ ਸੈੱਟ ਬਿਲਡਰ ਫਾਰਮ ਦੇ ਵਿੱਚ ਨੇ। ਦ ਸੈੱਟ ਆਫ ਲਾਈਨਸ ਵਿਚ ਆਰ ਪੈਰਲਲ ਟੂ ਐਕਸ ਐਕਸਿਸ। ਐਕਸ ਐਕਸਿਸ ਦੇ ਪੈਰਲਲ ਲਾਈਨਾਂ ਚਾਹੀਦੀਆਂ ਨੇ ਸਾਨੂੰ। ਇਹ ਸਾਡਾ ਐਕਸ ਐਕਸਿਸ ਹੈ, ਇਸ ਦੇ ਪੈਰਲਲ ਲਾਈਨ ਫਸਟ ਸੈਕਿੰਡ ਥਰਡ ਫੋਰਥ ਕਿੰਨੀਆਂ ਵੀ ਡਰਾਅ ਕਰ ਦਿਓ। ਸੋ ਇਹ ਕੀ ਹੈ, ਸਾਡਾ ਇਨਫਿਨਾਈਟ ਹੈ। ਸੈੱਟ ਆਫ ਲੈਟਰਸ ਇਨ ਦਾ ਇੰਗਲਿਸ਼ ਅਲਫਾਬੈਟ, ਏ ਤੋਂ ਲੈ ਕੇ ਜ਼ੈਡ ਤੱਕ 26 ਨੇ। ਸੋ ਇਹ ਫਿਨਾਈਟ ਹੈ। ਸੈੱਟ ਆਫ ਨੰਬਰਸ ਵਿਚ ਆਰ ਮਲਟੀਪਲ ਆਫ 5, ਉਹ ਨੰਬਰ ਲੈਣੇ ਨੇ ਅਸੀਂ ਜਿਹੜੇ 5 ਦੇ ਮਲਟੀਪਲ ਨੇ। 5 ਦਾ ਪਹਾੜਾ ਪੜ੍ਹਨਾ ਜੀ ਅਸੀਂ। ਸੋ 5 10 15 20 25 30 35 40 45 ਗਿਣਦੇ ਜਾਓ, ਕਿਤੇ ਖ਼ਤਮ ਨਹੀਂ ਹੋਣਾ ਇਸ ਨੇ, ਇਨਫਿਨਾਈਟ। ਸੈੱਟ ਆਫ ਐਨੀਮਲਸ ਲਿਵਿੰਗ ਔਨ ਦਾ ਅਰਥ, ਐਨੀਮਲਸ। ਸੋ ਦੀਜ਼ ਆਰ ਕਾਊਂਟੇਬਲ, ਭਾਵੇਂ ਕਿ ਜਿੰਨੇ ਮਰਜ਼ੀ ਹੋਣ ਬਟ ਸਟਿਲ ਦੀਜ਼ ਆਰ ਕਾਊਂਟੇਬਲ। ਸੋ ਇਹ ਕੀ ਹੈ, ਫਿਨਾਈਟ ਹੈ। ਸੈੱਟ ਆਫ ਸਰਕਲਸ ਪਾਸਿੰਗ ਥਰੂ ਓਰੀਜਨ, ਅਸੀਂ ਓਰੀਜਨ ਦੇ ਵਿੱਚੋਂ ਦੀ ਸਰਕਲ ਡਰਾਅ ਕਰਨਾ ਹੈ, ਇੱਥੋਂ ਦੀ ਇਸ ਤਰ੍ਹਾਂ। ਤਾਂ ਤੁਸੀਂ ਕਿੰਨੇ ਵੀ ਡਰਾਅ ਕਰ ਸਕਦੇ ਹੋ, ਕਰਦੇ ਜਾਓ। ਛੋਟੇ ਵੱਡੇ ਤਾਂ ਕਿੰਨੇ ਵੀ ਡਰਾਅ ਹੋ ਜਾਣਗੇ, ਕੋਈ ਇਸ਼ੂ ਨਹੀਂ ਹੈ। ਤਾਂ ਇਹ ਕੀ ਹੈ, ਸਾਡੇ ਪਾਸ ਇਨਫਿਨਾਈਟ ਹੈ। ਕੁਐਸਚਨ ਨੰਬਰ 4 ਸਾਡੇ ਪਾਸ ਹੈ ਇਨ ਦਾ ਫੋਲੋਇੰਗ ਸਟੇਟ ਵੈਦਰ ਏ ਇਜ਼ ਇਕੁਅਲ ਟੂ ਬੀ ਔਰ ਨੋਟ। ਕੀ ਸੈੱਟ ਏ ਅਤੇ ਬੀ ਬਰਾਬਰ ਨੇ? ਸੋ ਅਸੀਂ ਚੈੱਕ ਕਰਨਾ ਕਿ ਕੀ ਹਰ ਐਲੀਮੈਂਟ ਏ ਦਾ ਬੀ ਦੇ ਵਿੱਚ ਹੈ। ਅਸੀਂ ਸਿਰਫ ਇੱਕ ਐਲੀਮੈਂਟ ਇੱਦਾਂ ਦਾ ਫਾਈਂਡ ਕਰਨਾ ਹੈ ਜਿਹੜਾ ਨਾ ਹੋਵੇ, ਫਿਰ ਅਸੀਂ ਬੋਲਾਂਗੇ ਅਨਇਕੁਅਲ ਹੈ। ਸੋ ਏ ਬੀ ਸੀ ਡੀ, ਏ ਹੈ, ਬੀ ਹੈ, ਸੀ ਹੈ, ਡੀ ਹੈ। ਯੈਸ, ਏ ਇਜ਼ ਇਕੁਅਲ ਟੂ ਬੀ। ਸੋ ਇੱਥੇ ਲਿਖ ਸਕਦੇ ਹਾਂ ਅਸੀਂ ਫॉर ਆਲ, ਜੋ ਅਸੀਂ ਸ਼ੁਰੂ ਦੇ ਵਿੱਚ ਕੰਡੀਸ਼ਨ ਲਿਖੀ ਸੀ। ਸੋ ਏ ਬਿਲੋਂਗਸ ਟੂ ਸੈੱਟ ਏ, ਏ ਬਿਲੋਂਗਸ ਟੂ ਸੈੱਟ ਬੀ, ਬੀ ਬਿਲੋਂਗਸ ਟੂ ਸੈੱਟ ਏ, ਬੀ ਬਿਲੋਂਗਸ ਟੂ ਸੈੱਟ ਬੀ, ਸੀ ਬਿਲੋਂਗਸ ਟੂ ਸੈੱਟ ਏ, ਸੀ ਬਿਲੋਂਗਸ ਟੂ ਸੈੱਟ ਬੀ, ਡੀ ਬਿਲੋਂਗਸ ਟੂ ਸੈੱਟ ਏ, ਡੀ ਬਿਲੋਂਗਸ ਟੂ ਸੈੱਟ ਬੀ। So for all elements of
A x belonging to set A elements x belongs to set B, and for all x belonging to set B x belongs to set A। ਜਿੰਨੇ ਵੀ ਐਲੀਮੈਂਟ A ਦੇ ਨੇ ਉਹ B 'ਚ ਨੇ, ਜਿੰਨੇ B ਦੇ ਨੇ ਉਹ A 'ਚ ਨੇ। ਦੈਟ ਮੀਨਸ ਸੈਟ A ਇਜ਼ ਇਕੁਅਲ ਟੂ ਸੈਟ B। A ਤੇ B ਕੀ ਨੇ? ਬਰਾਬਰ ਨੇ। ਇਸੇ ਤਰ੍ਹਾਂ 4 4 8 8 12 12 ਇੱਥੇ 12 ਹੈ, ਇੱਥੇ 12 ਨਹੀਂ ਹੈ। ਸੋ ਅਸੀਂ ਪਾਰਟ ਸੈਕੰਡ ਦੇ ਵਿੱਚ ਕੀ ਲਿਖ ਸਕਦੇ ਹਾਂ? ਕੁਐਸਚਨ ਨੰਬਰ 4 ਦੇ 12 belongs to set A but 12 does not belongs to set B। ਜੋ A ਐਲੀਮੈਂਟ ਹੈ A ਦੇ ਵਿੱਚ ਤਾਂ ਹੈ ਬਟ B ਦੇ ਵਿੱਚ ਨਹੀਂ ਹੈ। ਦੈਟ ਮੀਨਸ ਦਿਸ ਇੰਪਲਾਈਜ਼ ਸੈਟ A ਇਜ਼ ਨਾਟ ਇਕੁਅਲ ਟੂ ਸੈਟ B। ਅਸੀਂ ਕੇਵਲ ਇੱਕ ਐਲੀਮੈਂਟ ਫਾਈਂਡ ਕਰਨਾ ਹੈ। ਕੁਐਸਚਨ ਨੰਬਰ 4 ਦਾ ਜਿਹੜਾ ਸੈਕੰਡ ਪਾਰਟ ਹੈ ਸਾਡੇ ਪਾਸ, A ਦੇ ਵਿੱਚ ਇੱਕ ਐਲੀਮੈਂਟ ਐਸਾ ਹੈ 12 ਜਿਹੜਾ ਸੈਟ B ਦੇ ਵਿੱਚ ਨਹੀਂ ਹੈ। ਸੋ ਪਾਰਟ 3 2 4 6 8 10 A ਦੇ ਜਿਹੜੇ ਐਲੀਮੈਂਟਸ ਨੇ 2 4 6 8 10 ਸਾਰੇ ਕੀ ਨੇ? ਇਹ ਈਵਨ ਨੈਚੁਰਲ ਨੰਬਰਸ ਨੇ 10 ਤੱਕ। B x ਇਜ਼ ਪੋਜ਼ੀਟਿਵ ਈਵਨ ਇੰਟੀਜਰ ਲੈਸ ਦੈਨ ਇਕੁਅਲ ਟੂ 10। ਸੋ 0 ਜਿਹੜਾ ਹੈ ਉਹ ਨੀਦਰ ਪੋਜ਼ੀਟਿਵ ਹੈ ਨੌਰ ਨੈਗੇਟਿਵ ਹੈ, ਨਾ ਅਸੀਂ ਉਹਨੂੰ ਪੋਜ਼ੀਟਿਵ ਲੈਂਦੇ ਨਾ ਨੈਗੇਟਿਵ ਲੈਂਦੇ ਹਾਂ। ਸੋ ਪੋਜ਼ੀਟਿਵ ਈਵਨ ਇੰਟੀਜਰ ਪਲੱਸ ਵਾਲੇ ਚਾਹੀਦੇ ਨੇ, ਇੰਟੀਜਰ ਚਾਹੀਦੇ ਨੇ, 10 ਤੋਂ ਛੋਟੇ ਜਾਂ ਬਰਾਬਰ ਚਾਹੀਦੇ ਨੇ। ਸੋ ਇਹਦੇ ਵਿੱਚ ਵੀ ਕਿਹੜੇ ਆਉਣਗੇ? 2 4 6 ਤੇ 8 ਤੇ 10 2 4 6 8 10। ਸੋ ਦੋਵੇਂ ਸੈੱਟ ਕੀ ਨੇ? ਸੇਮ ਨੇ। 2 ਇੱਥੇ ਵੀ ਹੈ 2 ਇੱਥੇ ਵੀ ਹੈ। ਉਸੇ ਤਰ੍ਹਾਂ ਲਿਖਾਂਗੇ ਅਸੀਂ 2 belongs to A 2 belongs to B 4 belongs to A 4 belongs to B 6 belongs to A 6 belongs to B। ਇਕੱਲਾ ਇਕੱਲਾ ਐਲੀਮੈਂਟ ਅਸੀਂ ਕੰਪੇਅਰ ਕਰ ਲਏ। ਸੋ ਸੈਟ A ਇਜ਼ ਇਕੁਅਲ ਟੂ ਸੈਟ B। ਪਾਰਟ 4 x ਇਜ਼ ਮਲਟੀਪਲ ਆਫ 10। ਸੋ ਇੱਧਰ ਕੀ ਹੈ ਸਾਡੇ ਪਾਸ? ਮਲਟੀਪਲਸ ਆਫ 5। ਸੋ ਮੇਰੇ ਪਾਸ ਇੱਥੇ ਇੱਕ ਨੰਬਰ ਹੈ ਪਾਰਟ 5 ਦੇ ਵਿੱਚ, ਪਾਰਟ 4 ਦੇ ਵਿੱਚ। ਕਿਸ ਤਰ੍ਹਾਂ ਲਿਖਾਂਗੇ ਆਪਾਂ? ਪਾਰਟ 4 15 belongs to set B but 15 does not belongs to set A। 15 is not a multiple of 10। 10 ਦਾ ਮਲਟੀਪਲ ਨਹੀਂ ਹੈ। ਦੈਟ ਮੀਨਸ ਇੰਪਲਾਈਜ਼ ਸੈਟ A ਇਜ਼ ਨਾਟ ਇਕੁਅਲ ਟੂ ਸੈਟ B। ਸੈਟ A ਤੇ B ਕੀ ਨੇ? ਬਰਾਬਰ ਨਹੀਂ ਨੇ। 15 ਜਿਹੜਾ ਹੈ ਈਵਨ 25 ਵੀ ਹੈ ਸਾਡੇ ਪਾਸ, 25 ਵੀ ਹੈ 35 ਵੀ ਹੈ। ਅਸੀਂ ਸਿਰਫ ਇੱਕ ਐਲੀਮੈਂਟ ਲੱਭਿਆ ਹੈ। ਇੱਕ ਐਲੀਮੈਂਟ ਸਫੀਸ਼ੀਐਂਟ ਹੈ ਇਸ ਚੀਜ਼ ਨੂੰ ਕੰਟਰਾਡਿਕਟ ਕਰਨ ਦੇ ਲਈ ਕਿ ਬਰਾਬਰ ਹੈ ਜਾਂ ਨਹੀਂ ਹੈ, ਉਸਨੂੰ ਚੈੱਕ ਕਰਨ ਦੇ ਲਈ। ਸੋ 15 ਬਿਲੋਂਗਸ ਟੂ ਸੈਟ B ਬਟ 15 ਡਜ਼ ਨਾਟ ਬਿਲੋਂਗਸ ਟੂ ਸੈਟ A। ਸੋ ਇੱਕ ਐਲੀਮੈਂਟ ਲੱਭ ਲਿਆ ਸੀ ਜਿਹੜਾ A ਦੇ ਵਿੱਚ ਨਹੀਂ ਹੈਗਾ। ਸੋ ਦੋਵੇਂ ਕੀ ਨੇ? ਬਰਾਬਰ ਨਹੀਂ ਹੈਗੇ। ਕੁਐਸਚਨ ਨੰਬਰ 5 ਆਰ ਦਾ ਫੋਲੋਇੰਗ ਪੇਅਰ ਆਫ ਸੈਟਸ ਇਕੁਅਲ ਗਿਵ ਰੀਜ਼ਨਸ। ਸੋ A ਦੇ ਵਿੱਚ ਦੋ ਐਲੀਮੈਂਟ ਨੇ 2, 3। B x is a solution of x square plus 5x plus 6। ਸੋ ਕੀ ਇਸ ਦੇ ਜਿਹੜੇ ਸੋਲਿਊਸ਼ਨ ਨੇ 2, 3 ਉਹ ਨੇ। x ਸਕੇਅਰ ਹੈ, ਕੁਆਡਰੈਟਿਕ ਹੈ, ਦੋ ਸੋਲਿਊਸ਼ਨ ਹੋਣਗੇ। ਇਹ ਤਾਂ ਕਲੀਅਰ ਹੈ ਕਿ ਦੋ ਹੀ ਇਹਦੇ ਰੂਟਸ ਹੋ ਸਕਦੇ ਆ ਕਿਉਂਕਿ ਕੁਆਡਰੈਟਿਕ ਇਕੁਏਸ਼ਨ ਹੈ। ਹੁਣ ਡਿਪੈਂਡ ਕਰਦਾ ਕਿ ਇਸ ਦੇ ਜਿਹੜੇ ਰੂਟਸ ਨੇ ਕੀ 2, 3 ਨੇ। ਸੋ ਸਮ ਆਫ ਰੂਟਸ ਇੱਥੇ ਤਾਂ ਆਪਾਂ ਨੇ ਇਕੁਏਸ਼ਨ ਪੜ੍ਹੀ ਹੈ x ਸਕੇਅਰ ਮਾਈਨਸ SX ਪਲੱਸ P। ਸਮ -5 ਹੋਣਾ ਚਾਹੀਦਾ ਇਹਨਾਂ ਦਾ। ਸਮ ਕੀ ਬਣਦਾ ਹੈ? +5 ਬਣਦਾ ਹੈ। ਵੈਸੇ ਤਾਂ ਇੱਥੋਂ ਹੀ ਡਿਟੈਕਟ ਹੋ ਗਿਆ ਕਿ ਨਹੀਂ ਹੋ ਸਕਦਾ ਇਕੁਅਲ। ਬਟ ਜੇਕਰ ਤੁਸੀਂ ਚੈੱਕ ਕਰਨਾ ਇਸ ਨੂੰ ਸੋਲਵ ਕਰ ਸਕਦੇ ਹੋ। x ਸਕੇਅਰ ਪਲੱਸ 5x ਪਲੱਸ 6 ਇਸ ਦੇ ਰੂਟ ਫਾਈਂਡ ਕਰ ਸਕਦੇ ਹੋ, ਜਾਂ 2 ਤੇ 3 ਨੂੰ ਇਹਦੇ ਵਿੱਚ ਪੁੱਟ ਕਰਕੇ ਦੇਖ ਸਕਦੇ ਹੋ ਕਿ ਇਹ ਵਾਲੇ ਇਹਦੇ ਰੂਟ ਬਣਦੇ ਨੇ ਜਾਂ ਨਹੀਂ ਬਣਦੇ ਨੇ। ਸੋ ਕਈ ਤਰੀਕੇ ਨਾਲ ਇਕੁਏਸ਼ਨ ਹੋ ਸਕਦਾ ਹੈ। ਲਾਈਕ ਮੈਂ ਫਸਟ ਕੀ ਗੱਲ ਕਹੀ ਹੈ ਕਿ ਇਸ ਨੂੰ ਆਪਾਂ ਕੰਪੇਅਰ ਕਰ ਸਕਦੇ ਹਾਂ x ਸਕੇਅਰ ਮਾਈਨਸ SX ਪਲੱਸ P ਦੇ ਨਾਲ, ਜਿਹੜਾ ਅਸੀਂ ਸਮ ਕਰਦੇ ਹਾਂ। x ਦਾ ਕੋਫੀਸ਼ੀਐਂਟ 1 ਹੈ ਤਾਂ ਸਮ ਸਾਡੇ ਪਾਸ ਕਿੰਨਾ ਆਉਣਾ ਚਾਹੀਦਾ ਹੈ? -5 ਆਉਣਾ ਚਾਹੀਦਾ ਹੈ। ਬਟ 2 ਤੇ 3 ਦਾ ਸਮ -5 ਨਹੀਂ ਆਉਂਦਾ। ਸੋ ਇਹਦੇ ਜਿਹੜੇ ਰੂਟਸ ਹੋਣਗੇ ਉਹ ਕੁਛ ਹੋਰ ਹੋਣਗੇ, 2, 3 ਨਹੀਂ ਹੋਣਗੇ। ਸੋ ਦੂਸਰਾ ਅਸੀਂ ਕੰਸੈਪਟ ਕੀ ਲਗਾ ਸਕਦੇ ਹਾਂ? ਅਸੀਂ ਇਸ ਨੂੰ ਸੋਲਵ ਕਰ ਸਕਦੇ ਹਾਂ x ਸਕੇਅਰ ਪਲੱਸ 5x ਪਲੱਸ 6 ਨੂੰ। ਤੀਸਰਾ ਅਸੀਂ ਇਹ ਵਾਲੇ ਇਹਨਾਂ ਨੂੰ ਵੈਲਿਊਜ਼ ਨੂੰ ਪੁੱਟ ਕਰਕੇ ਚੈੱਕ ਕਰ ਸਕਦੇ ਹਾਂ ਕਿ ਇਹ ਵਾਲੇ ਸੋਲਿਊਸ਼ਨ ਹੈਗੇ ਨੇ ਜਾਂ ਨਹੀਂ ਹੈਗੇ। ਸੋ ਕੋਈ ਵੀ ਇੱਕ ਕੰਸੈਪਟ ਅਸੀਂ ਯੂਜ਼ ਕਰ ਲੈਂਦੇ ਹਾਂ। x ਸਕੇਅਰ ਪਲੱਸ 5x ਪਲੱਸ 6 ਇਜ਼ ਇਕੁਅਲ ਟੂ 0। ਸੋ ਅਸੀਂ ਇਸ ਨੂੰ ਸੋਲਵ ਕਰ ਲੈਂਦੇ ਹਾਂ। x ਸਕੇਅਰ
इस मिडल टर्म ਨੂੰ ਸਪਲਿਟ ਕਰ ਲੈਂਦੇ ਹਾਂ 3x + 2x + 6 = 0 ਸਮ 5 ਬਣ ਗਿਆ 3 × 2 6 ਬਣ ਗਿਆ। ਸੋ ਫਸਟ 2 ਦੇ ਵਿੱਚੋਂ ਕਾਮਨ x + 3 ਲਾਸਟ 2 ਦੇ ਵਿੱਚੋਂ ਕਾਮਨ x + 3 = 0। ਸੋ ਸਾਡੇ ਪਾਸ ਕੀ ਆ ਜਾਂਦਾ ਹੈ x + 2 x + 3 ਸੋ ਜਾਂ ਤਾਂ ਇਹ 0 ਹੈ ਸੋ x + 2 = 0 ਸੋ x ਕੀ ਆ ਗਿਆ ਸਾਡੇ ਪਾਸ -2। ਇਸੇ ਤਰ੍ਹਾਂ ਜਾਂ ਸਾਡੇ ਪਾਸ ਇਹ 0 ਹੈ x + 3 = 0 ਸੋ x ਕੀ ਆ ਗਿਆ ਸਾਡੇ ਪਾਸ -3। ਸੋ ਜਿਹੜਾ ਸੈੱਟ B ਹੈ ਸਾਡੇ ਪਾਸ ਉਸ ਦੇ ਵਿੱਚ ਦੋ ਮੈਂਬਰਸ ਆ ਗਏ ਨੇ -2, -3। A ਦੇ ਵਿੱਚ ਸਾਨੂੰ ਗਿਵਨ ਨੇ 2, 3। ਸੋ ਕਲੀਅਰਲੀ ਸਾਡੇ ਪਾਸ A ਜਿਹੜਾ ਹੈ ਉਹ ਨਾਟ ਇਕੁਅਲ ਟੂ ਕੀ ਹੈ B ਹੈ। A ਅਤੇ B ਬਰਾਬਰ ਨਹੀਂ ਨੇ। ਸੋ ਕੁਐਸਚਨ ਨੰਬਰ 5 ਦਾ ਨੈਕਸਟ ਪਾਰਟ ਡਿਸਕਸ ਕਰ ਲੈਂਦੇ ਆਪਾਂ। X ਇਜ਼ ਦੀ ਲੈਟਰ ਆਫ ਦੀ ਵਰਡ ਫੋਲੋ। F ਆਏਗਾ, O ਆਏਗਾ, L ਆਏਗਾ, W ਆਏਗਾ। ਇਸ ਦੇ ਵਿੱਚ ਜੇ ਸੈੱਟ ਦੀ ਗੱਲ ਕਰੀਏ ਲੈਟਰਸ ਲੈਣੇ ਨੇ ਅਸੀਂ F ਆਏਗਾ, O ਆਏਗਾ, L ਆਏਗਾ ਅਤੇ W ਆਏਗਾ। ਦੂਸਰੇ ਦੇ ਵਿੱਚ ਇਸ ਦੀ ਲੈਟਰ ਆਫ ਦੀ ਵਰਡ ਵੋਲਫ। ਜਿਵੇਂ B ਸੈੱਟ ਲੈਣਾ ਹੋਵੇ B ਦੇ ਵਿੱਚ ਕੀ ਆਏਗਾ W ਹੈ ਇੱਥੇ, O ਹੈ ਇੱਥੇ, L ਇਹ ਵੀ ਹੈ, F ਇਹ ਵੀ ਹੈ। ਸੋ A ਅਤੇ ਸੈੱਟ B ਕੀ ਹੋਣਗੇ ਇਕੁਅਲ ਹੋਣਗੇ। ਸੋ A = ਸੈਕਿੰਡ ਪਾਰਟ ਦੇ ਵਿੱਚ A = B ਇਹ ਬਰਾਬਰ ਨੇ। ਪਾਰਟ 6 ਜਿਹੜਾ ਹੈ ਇਕੁਅਲ ਸੈੱਟਸ ਮੈਂ ਤੁਹਾਡੇ ਲਈ ਛੱਡ ਰਿਹਾ। ਤੁਸੀਂ ਇਹਨਾਂ ਨੂੰ ਚੂਜ਼ ਕਰਨਾ ਹੈ ਕਿ ਕਿਹੜੇ ਸੈੱਟ ਜਿਹੜੇ ਨੇ ਇੱਕ ਦੂਸਰੇ ਦੇ ਬਰਾਬਰ ਹੋ ਸਕਦੇ ਨੇ। ਈਜ਼ੀ ਹੈ ਪਾਰਟ ਬਟ ਸਟਿਲ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਪਲੀਜ਼ ਤੁਸੀਂ ਕੌਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕੌਮੈਂਟ ਕਰ ਦਿਓ। ਇਸ ਕੁਐਸਚਨ ਦਾ ਜਿਹੜਾ ਸਲਿਊਸ਼ਨ ਹੈ ਉਹ ਕਿਸੇ ਪਿਕਚਰ ਦੇ ਰੂਪ ਦੇ ਵਿੱਚ ਮੈਂ ਅਪਲੋਡ ਕਰ ਦਿਆਂਗਾ। ਸੋ ਅਸੀਂ ਸਿਰਫ ਗਿਵਨ ਸੈੱਟਸ ਅਸੀਂ ਸਿਲੈਕਟ ਕਰਨੇ ਆ ਕਿਹੜੇ ਸੈੱਟ ਇਕੁਅਲ ਨੇ। 0, 1 ਇੱਥੇ ਹੈ ਸਾਡੇ ਪਾਸ, ਕੋਈ 0, 1 ਨਹੀਂ ਹੈ ਸਾਡੇ ਪਾਸ, 1, -1 ਹੈ ਨਹੀਂ ਹੈ, ਬੜਾ ਈਜ਼ੀ ਹੈ -1 ਇਹ ਪਿਆ ਹੈ ਜਾਂ ਇਹ ਪਿਆ ਹੈ ਇਕੁਅਲ ਨੇ। ਸੋ ਇਸੇ ਤਰ੍ਹਾਂ 2, 4, 6, 8 ਤੁਸੀਂ ਚੈੱਕ ਕਰ ਲਓ ਕਿਤੇ 1, 2, 3 ਇਹਨਾਂ ਦੇ ਵਿੱਚੋਂ ਪੇਅਰ ਲੱਭਣੇ ਨੇ ਇਹ ਵੀ ਕਰ ਹੀ ਦਿੰਦੇ। ਚਲੋ B 1, 2, 3, 4 ਹੈ, D 1, 2, 3, 4 ਹੈ। ਸੋ A ਅਤੇ A ਇਕੁਅਲ ਨੇ, E ਅਤੇ G ਇਕੁਅਲ ਨੇ, ਇਹ ਨਹੀਂ ਹੈ ਇਕੁਅਲ। ਸੋ ਈਜ਼ੀ ਹੈ। ਸੋ ਨੈਕਸਟ ਵੀਡੀਓ ਦੇ ਵਿੱਚ ਅਸੀਂ ਸਬਸੈਟਸ, ਪ੍ਰੋਪਰ ਸੈਟਸ, ਯੂਨੀਵਰਸਲ ਸੈੱਟ ਇਹਨਾਂ ਬਾਰੇ ਡਿਸਕਸ ਕਰਾਂਗੇ। ਜੇਕਰ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਪਲੀਜ਼ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਹੋਰ ਵੀ ਵਧੇਰੇ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਚੈਨਲ 'ਤੇ ਆਉਣ ਲਈ ਧੰਨਵਾਦ।